ਪੰਜਾਬੀਆਂ ਅੰਦਰ ਜਾਤ ਅਭਿਮਾਨ ਮਾਨਵਤਾ ਵਿਰੋਧੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਲਹਿਰ ਪੰਜਾਬ ਅੰਦਰ ਸ਼ੁਰੂ ਹੋਈ। ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਬੋਲ ਹੀ ਸ਼੍ਰੇਣੀ ਵੰਡ ਦੇ ਵਿਰੁੱਧ ਇੱਕ ਗਰਜ ਸੀ। ਨਾ ਕੋ ਹਿੰਦੂ ਨਾ ਮੁਸਲਮਾਨ, ਭਾਵ ਸਾਰੀ ਮਨੁੱਖਤਾ ਇੱਕ ਹੈ ਅਤੇ ਇਸ ਨੂੰ ਜਾਤ ਪਾਤ ਜਾਂ ਊਚ ਨੀਚ ਦੀਆਂ ਸ਼੍ਰੇਣੀਆਂ ਵਿੱਚ ਵੰਡਣਾ ਜਾਂ ਮਾਨਵਤਾ ਦੀ ਸ਼੍ਰੇਣੀ ਵਿੱਚ ਵੰਡ ਕਰਨੀ ਠੀਕ ਨਹੀਂ। ਗੁਰੂ ਨਾਨਕ ਸਾਹਿਬ ਨੇ ਅਨੁਭਵ ਕਰ ਲਿਆ ਸੀ ਕਿ ਜਿਤਨਾ ਚਿਰ ਲੋਕਾਈ ਦੀ ਧਾਰਮਿਕ, ਆਰਥਿਕ, ਰਾਜਨੀਤਿਕ ਤੇ ਸਮਾਜਿਕ ਲੁੱਟ ਖਸੁੱਟ ਹੁੰਦੀ ਰਹੇਗੀ, ਉਨਾ ਚਿਰ ਭਾਰਤੀ ਸਮਾਜ ਗਿਰਾਵਟ ਵੱਲ ਜਾਵੇਗਾ। ਉਹਨਾਂ ਨੇ ਸਿੱਖ ਇਨਕਲਾਬ ਨੂੰ ਸਫਲ ਕਰਨ ਲਈ ਜਥੇਬੰਦਕ ਹੋ ਕੇ ਸੰਘਰਸ਼ ਆਰੰਭਿਆ। ਸਾਰੇ ਮਨੁੱਖਾਂ ਨੂੰ ਬਰਾਬਰਤਾ ਦਾ ਦਰਜਾ ਦਿਵਾਉਣਾ ਅਤੇ ਲੁੱਟ ਖਸੁੱਟ ਕਰਨ ਵਾਲਿਆਂ ਨੂੰ ਸ਼ਰੇਆਮ ਭੰਡਣਾ ਅਥਵਾ ਇੱਕ ਨਰੋਏ ਸਮਾਜ ਨੂੰ ਸਿਰਜਣ ਦਾ ਨਿਸ਼ਾਨਾ ਮਿਥਿਆ ਸੀ। ਸਿੱਖ ਲਹਿਰ ਨੇ ਸੰਗਤ ਤੇ ਪੰਗਤ ਦੁਆਰਾ ਊਚ ਨੀਚ ਦੇ ਭੇਦਾਂ ਅਤੇ ਇੱਕ ਦੂਜੇ ਪ੍ਰਤੀ ਭਿੱਟ ਦੀ ਸੋਚ ਨੂੰ ਅਲੋਪ ਕਰਨ ਦਾ ਯਤਨ ਕੀਤਾ। ਧਰਮਾਂ ਦੇ ਅਨੇਕਾਂ ਮੁਖੀਆਂ ਨਾਲ ਗੋਸ਼ਟੀਆਂ ਕਰਕੇ ਸਿੱਖ ਲਹਿਰ ਦੇ ਬੁਨਿਆਦੀ ਸਿਧਾਂਤਾਂ ਨੂੰ ਸਪਸ਼ਟ ਕੀਤਾ। ਗੁਰੂ ਨਾਨਕ ਸਾਹਿਬ ਜੀ ਤੋਂ ਪਿੱਛੋਂ ਬਾਕੀ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੇ ਪ੍ਰਚਾਰ ਨੂੰ ਸਥਾਈ ਬਣਾਉਣ ਲਈ ਕੇਂਦਰ ਸਥਾਪਿਤ ਕੀਤੇ। ਆਪਣੀ ਬਾਣੀ ਦੁਆਰਾ ਦ੍ਰਿੜ ਕਰਵਾਇਆ ਕਿ ਜਾਤ ਕਾ ਗਰਭ ਨ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਭੈਰੋ ਮਹੱਲਾ ਤੀਜਾ, ਪੰਨਾ 1127। ਆਗੇ ਜਾਤ ਰੂਪ ਨ ਜਾਏ, ਤੇਹਾ ਹੋਵੈ ਜਿਹੇ ਕਰਮ ਕਮਾਏ। ਆਸਾ ਮਹੱਲਾ ਤੀਜਾ, ਪੰਨਾ 363। ਜਾਣੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਹੈ। ਆਸਾ ਮਹੱਲਾ ਪਹਿਲਾ, ਪੰਨਾ 349। ਅੱਜ ਅਸੀਂ ਆਪਣੇ ਆਪ ਨੂੰ ਉੱਚੀ ਜਾਤ ਨਾਲ ਸੰਬੰਧ ਜੋੜ ਕੇ ਗੌਰਵ ਮਹਿਸੂਸ ਕਰਦੇ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਇਨਕਲਾਬ ਨੂੰ ਸ਼ੁਰੂ ਕਰਨ ਵੇਲੇ ਆਪਣੇ ਆਪ ਨੂੰ ਨੀਵੇਂ ਜਾਂ ਕਮਜ਼ੋਰ ਵਰਗ ਨਾਲ ਸ਼ਾਮਲ ਕਰਕੇ ਗੌਰਵ ਕੀਤਾ। ਨੀਚਾਂ ਅੰਦਰ ਨੀਚ ਦਾਤ, ਨੀਚੀ ਹੂੰ ਅਤ ਨੀਚ। ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿਥੈ ਨੀਚ ਸੰਭਾਲੀਅਨ, ਤਿਥੈ ਨਦਰ ਤੇਰੀ ਬਖਸ਼ੀਸ਼। ਸ੍ਰੀ ਰਾਗ ਮਹੱਲਾ ਪਹਿਲਾ, ਪੰਨਾ 15। ਡਾਕਟਰ ਗੋਕਲ ਚੰਦ ਨਾਰੰਗ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਦੀ ਜਾਤ ਪਾਤ ਦੀ ਸਭ ਤੋਂ ਵੱਡੀ ਬੁਰਾਈ ਉੱਤੇ ਤਿੱਖਾ ਵਾਰ ਕੀਤਾ ਅਤੇ ਕਿਹਾ ਕਿ ਕੋਈ ਵੀ ਆਪਣੇ ਆਪ ਨੂੰ ਸੱਚਾ ਸਿੱਖ ਨਹੀਂ ਅਖਵਾ ਸਕਦਾ ਜੇ ਉਹ ਜਾਤ ਪਾਤ ਦੀ ਕੱਟੜਤਾ ਨੂੰ ਨਹੀਂ ਛੱਡਦਾ ਅਤੇ ਸਾਰੇ ਸਿੱਖਾਂ ਨੂੰ ਆਪਣੇ ਭਰਾ ਨਹੀਂ ਸਮਝਦਾ। ਖਾਲਸਾ ਪੰਥ ਦੀ ਸਾਜਨਾ ਇੱਕ ਮਹਾਨ ਇਨਕਲਾਬ ਸੀ, ਜਿਸ ਰਾਹੀਂ ਜਾਤ ਪਾਤ ਦੀਆਂ ਦੀਵਾਰਾਂ ਢਾਹ ਕੇ ਇੱਕ ਖਾਲਸਾ ਕੌਮ ਦੀ ਸਿਰਜਣਾ ਕੀਤੀ ਗਈ। ਸਾਡੀ ਕੌਮ ਦੀ ਉન્નਤੀ ਤੇ ਤਰੱਕੀ ਤਾਂ ਹੀ ਸੰਭਵ ਹੈ ਜੇ ਅਸੀਂ ਖੁੱਲ੍ਹ ਦਿਲੀ ਨਾਲ ਜਾਤ ਪਾਤ ਦੇ ਵਿਤਕਰੇ ਛੱਡ ਕੇ ਆਪਸੀ ਰਿਸ਼ਤੇ ਨਾਤੇ ਕਰੀਏ। ਅੱਗੇ ਆਖਦੇ ਹਨ ਕਿ ਖਾਲਸੇ ਨੂੰ ਸਾਜਣ ਸਮੇਂ ਜੋ 5 ਪਿਆਰੇ ਅੱਗੇ ਆਏ, ਉਹਨਾਂ ਵਿੱਚ ਇੱਕ ਖੱਤਰੀ ਸੀ ਅਤੇ ਬਾਕੀ 4 ਸ਼ੂਦਰ ਸਨ, ਪਰ ਗੁਰੂ ਜੀ ਨੇ ਉਹਨਾਂ ਨੂੰ ਪਿਆਰਿਆਂ ਦੀ ਪਦਵੀ ਦਿੱਤੀ। ਪੰਜਾਬ ਦੇ ਲੋਕਾਂ ਅੰਦਰ ਜਾਤ ਅਭਿਮਾਨ ਦੀ ਪਕੜ ਕਿਸੇ ਸਮੇਂ ਅਲੋਪ ਹੋ ਗਈ ਸੀ। ਗੁਰੂ ਕਾਲ ਅੰਦਰ ਨੀਵੀਆਂ ਜਾਤਾਂ ਦੇ ਲੋਕ ਆਪਣੀ ਕਰਨੀ ਸਦਕਾ ਉੱਚੇ ਰੁਤਬਿਆਂ ਤੇ ਸੁਸ਼ੋਭਿਤ ਹੋਏ, ਉਹਨਾਂ ਨੂੰ ਮਾਣ ਤੇ ਸਤਿਕਾਰ ਮਿਲਿਆ। ਸਿੱਖ ਮਿਸਲਾਂ ਦੌਰਾਨ ਵੀ ਜਾਤ ਅਭਿਮਾਨ ਦੀ ਅਣਹੋਂਦ ਸੀ। ਅਨੇਕਾਂ ਸੂਰਬੀਰ ਤੇ ਜਰਨੈਲ ਵੱਖ-ਵੱਖ ਜਾਤਾਂ ਵਿੱਚੋਂ ਸਨ, ਜਿਨ੍ਹਾਂ ਨੇ ਸਿੱਖੀ ਦੇ ਸਿਧਾਂਤਾਂ ਨੂੰ ਆਧਾਰ ਬਣਾ ਕੇ ਕੌਮ ਦੀ ਯੋਗ ਅਗਵਾਈ ਕੀਤੀ। ਸਰਦਾਰ ਹਰੀ ਸਿੰਘ ਨਲਵਾ ਖੱਤਰੀ ਸਨ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਲਾਲ ਸਨ, ਸਰਦਾਰ ਜੱਸਾ ਸਿੰਘ ਰਾਮਗੜੀਆ ਸਨ, ਭਾਈ ਵੀਰ ਸਿੰਘ ਰੰਗਰੇਟੇ ਸਨ। ਗੁਰੂ ਕਾਲ ਅੰਦਰ ਭਾਈ ਜੀਵਨ ਸਿੰਘ ਵੀ ਰੰਗਰੇਟੇ ਸਨ। ਇਸ ਤੋਂ ਪ੍ਰਤੱਖ ਹੈ ਕਿ ਸਿੱਖ ਲਹਿਰ ਦੇ ਪ੍ਰਭਾਵ ਕਾਰਨ ਜਾਤ ਪਾਤ ਦਾ ਅਭਿਮਾਨ ਦੂਰ ਹੋਇਆ। ਅੱਜ ਭਾਵੇਂ ਪੰਜਾਬ ਦੇ ਜੱਟ ਲੋਕ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਣ, ਪਰ ਉਹਨਾਂ ਅੰਦਰ ਜਾਤ ਅਭਿਮਾਨ ਨਹੀਂ ਘਟਦਾ। ਕਈ ਵਾਰ ਅੰਮ੍ਰਿਤਧਾਰੀ ਬਣੇ ਹੋਏ ਜੱਟਾਂ ਅੰਦਰ ਵਿਆਹ ਸ਼ਾਦੀਆਂ ਰਚਾਉਣ ਸਮੇਂ ਜਾਤ ਦੇ ਘੇਰੇ ਵਿੱਚ ਰਹਿਣ ਨੂੰ ਪਹਿਲ ਦਿੱਤੀ ਜਾਂਦੀ ਹੈ। ਇੰਜ ਵੀ ਹੋ ਜਾਂਦਾ ਹੈ ਕਿ ਜਦੋਂ ਬੱਚੇ ਆਪਣੀ ਮਰਜ਼ੀ ਨਾਲ
ਜਾਤ ਪਾਤ ਦੀਆਂ ਦੀਵਾਰਾਂ ਤੋੜਦੇ ਹਨ ਤਾਂ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਜੋ ਲੋਕ ਇੱਕ ਪਾਸੇ ਤਾਂ ਜਾਤ ਅਭਿਮਾਨ ਵੀ ਕਰਦੇ ਹਨ ਤੇ ਦੂਜੇ ਪਾਸੇ ਸਿੱਖ ਧਰਮ ਦੇ ਪੈਰੋਕਾਰ ਵੀ ਅਖਵਾਉਂਦੇ ਹਨ, ਉਹ ਕਦਾਚਿਤ ਵੀ ਸਿੱਖ ਨਹੀਂ ਹੋ ਸਕਦੇ। ਪੰਜਾਬ ਦੇ ਜੱਟਾਂ ਵਿੱਚ ਦੋਹਰੇ ਮਾਪਦੰਡ ਵੀ ਹਨ ਕਿ ਉਹ ਕਿਸੇ ਨੀਵੇਂ ਜਾਤ ਦੀ ਲੜਕੀ ਨੂੰ ਨੂੰਹ ਬਣਾ ਸਕਦੇ ਹਨ, ਪਰ ਆਪਣੀ ਧੀ ਦਾ ਕਿਸੇ ਛੋਟੀ ਜਾਤ ਦੇ ਪਰਿਵਾਰ ਵਿੱਚ ਹੱਥੀਂ ਰਿਸ਼ਤਾ ਨਹੀਂ ਕਰਦੇ। ਮਹਾਰਾਜਾ ਪਟਿਆਲੇ ਦੇ ਘਰਾਣੇ ਵਾਲੇ ਆਪਣੇ ਰਿਸ਼ਤੇ ਹੁਣ ਰਾਜਪੂਤਾਂ ਨਾਲ ਜੋੜਦੇ ਹਨ, ਪਰ ਪੰਜਾਬ ਦਾ ਸਧਾਰਨ ਜੱਟ ਕਦੀ ਵੀ ਅਜਿਹਾ ਕਰਨ ਦੀ ਜੁਰਤ ਨਹੀਂ ਕਰੇਗਾ। ਜੇ ਦੇਖਿਆ ਜਾਵੇ ਤਾਂ ਸਾਰੇ ਜੱਟ ਲੋਕ ਰਾਜਪੂਤਾਂ ਵਿੱਚੋਂ ਹੀ ਨਿਕਲੇ ਸਨ। ਹਾਲਾਂਕਿ ਮੰਨੂ ਅਨੁਸਾਰ ਜੱਟ ਵੀ ਸ਼ੂਦਰ ਸੀ। ਇਹਨਾਂ ਦੀ ਚੜ੍ਹਤ ਸਿੱਖ ਇਨਕਲਾਬ ਦੁਆਰਾ ਹੋਈ, ਜਦੋਂ ਬੰਦਾ ਸਿੰਘ ਬਹਾਦਰ ਨੇ ਖੇਤੀ ਕਰਨ ਵਾਲੇ ਲੋਕਾਂ ਨੂੰ ਜ਼ਮੀਨਾਂ ਦੀ ਮਾਲਕੀ ਦਿਵਾ ਦਿੱਤੀ। ਹੁਣ ਪੰਜਾਬ ਵਿੱਚ ਜੱਟਾਂ ਪਾਸੋਂ ਜ਼ਮੀਨ ਖੁੱਸ ਰਹੀ ਹੈ ਤੇ ਨਵੇਂ ਆਰਥਿਕ ਸੰਕਟ ਪੈਦਾ ਹੋ ਰਹੇ ਹਨ, ਪਰ ਉਹਨਾਂ ਦੇ ਅੰਦਰੋਂ ਜਾਤ ਅਭਿਮਾਨੀ ਨਹੀਂ ਨਿਕਲਦੀ। ਪਿੰਡਾਂ ਦੇ ਲੋਕਾਂ ਨੂੰ ਪਿੰਡਾਂ ਵਿੱਚ ਰਹਿਣ ਵਾਲੇ ਰਵਿਦਾਸੀਆਂ ਦੇ ਪਿਛੋਕੜ ਬਾਰੇ ਕੋਈ ਇਲਮ ਨਹੀਂ ਕਿ ਇਹ ਲੋਕ ਜ਼ਮੀਨਾਂ ਤੋਂ ਵਾਂਝੇ ਕਿਸ ਤਰ੍ਹਾਂ ਹੋਏ ਜਾਂ ਇਹਨਾਂ ਨੂੰ ਛੋਟੀ ਜਾਤ ਕਿਉਂ ਕਿਹਾ ਗਿਆ। ਸੰਖੇਪ ਵਿੱਚ ਦੱਸ ਦੇਣਾ ਠੀਕ ਹੈ ਕਿ ਜਦੋਂ ਆਰੀਅਨ ਲੋਕ ਇੱਥੇ ਆਏ, ਉਹਨਾਂ ਨੇ ਇੱਥੋਂ ਦੇ ਅਸਲ ਵਸਨੀਕਾਂ ਨੂੰ ਗੁਲਾਮ ਬਣਾ ਲਿਆ। ਇਹ ਲੋਕ ਜਿਨ੍ਹਾਂ ਨੂੰ ਅਸੀਂ ਰਵਿਦਾਸੀਏ ਜਾਂ ਚਮਾਰ ਨਾਮ ਦਿੱਤੇ ਹੋਏ ਹਨ, ਇਸ ਦੇਸ਼ ਦੇ ਅਸਲ ਮਾਲਕ ਦਰਾਵੜ ਕੌਮ ਹੈ। ਆਰੀਅਨ ਲੋਕਾਂ ਨੇ ਸ਼੍ਰੇਣੀ ਵੰਡ ਕਰਕੇ ਸਮਾਜ ਅੰਦਰ ਊਚ ਨੀਚ ਤੇ ਜਾਤ ਪਾਤ ਦਾ ਸੰਕਲਪ ਦਿੱਤਾ। ਜੋ ਦੇਸ਼ ਦੇ ਆਦਿਵਾਸੀ ਸਨ, ਉਹਨਾਂ ਨੂੰ ਸਾਰੇ ਅਧਿਕਾਰਾਂ ਤੋਂ ਵਾਂਝੇ ਕਰ ਦਿੱਤਾ ਅਤੇ ਉਹਨਾਂ ਪਾਸੋਂ ਜ਼ਮੀਨਾਂ ਵੀ ਖੋਹ ਲਈਆਂ ਗਈਆਂ। ਇਸ ਸਮਾਜ ਵਿੱਚ ਸ਼੍ਰੇਣੀ ਵੰਡ ਕਰਨ ਵਾਲਾ ਬ੍ਰਾਹਮਣ ਮੰਨੂ ਸੀ, ਜਿਸ ਦੀ ਸੋਚ ਨੂੰ ਖਤਮ ਕਰਨ ਲਈ ਸਿੱਖ ਇਨਕਲਾਬ ਆਇਆ। ਹੁਣ ਦੁਖਾਂਤ ਇਸ ਗੱਲ ਦਾ ਹੈ ਕਿ ਬ੍ਰਾਹਮਣ ਸੋਚ ਨੇ ਜਿੱਥੇ ਬੁੱਧ ਧਰਮ ਅਤੇ ਜੈਨ ਧਰਮ ਦੀਆਂ ਇਨਕਲਾਬੀ ਲਹਿਰਾਂ ਨੂੰ ਤਕਰੀਬਨ ਖਤਮ ਕਰ ਦਿੱਤਾ, ਉਥੇ ਇਸ ਨੇ ਸਿੱਖ ਲਹਿਰ ਵਿਰੁੱਧ ਵੀ ਯਤਨ ਆਰੰਭ ਕੀਤੇ ਹੋਏ ਹਨ। ਇਹ ਬ੍ਰਾਹਮਣ ਸੋਚ ਦਾ ਹਾਵੀ ਹੋਣਾ ਹੀ ਹੈ ਕਿ ਪੰਜਾਬ ਦੇ ਸਿੱਖਾਂ ਵਿੱਚ ਜਾਤ ਪਾਤ ਦੀ ਪਕੜ ਮਜ਼ਬੂਤ ਹੋ ਰਹੀ ਹੈ ਅਤੇ ਇਹੀ ਮੁੱਖ ਕਾਰਨ ਸੀ ਕਿ ਪਿੰਡਾਂ ਵਿੱਚ ਜਾਤਾਂ ਦੇ ਆਧਾਰ ਤੇ ਧਾਰਮਿਕ ਦੁਆਰੇ ਉਸਾਰੇ ਗਏ। ਹਾਲਾਂਕਿ ਇਹਨਾਂ ਧਾਰਮਿਕ ਕੇਂਦਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਜਿਸ ਵਿੱਚ ਰੱਬੀ ਏਕਤਾ ਤੇ ਮਨੁੱਖੀ ਜਾਤ ਅਭਿਮਾਨ ਸੰਬੰਧੀ ਗੀਤ ਲਿਖੇ ਜਾ ਰਹੇ ਹਨ। ਭਾਵੇਂ ਇਹਨਾਂ ਗੀਤਾਂ ਵਿੱਚ ਜੱਟਾਂ ਨੂੰ ਗਵਾਰ, ਸ਼ਰਾਬੀ, ਹਿੰਸਕ ਆਦਿ ਹੀ ਆਖਿਆ ਜਾਂਦਾ ਹੈ, ਫਿਰ ਵੀ ਇਹਨਾਂ ਲੱਚਰ ਗੀਤਾਂ ਰਾਹੀਂ ਨੌਜਵਾਨ ਪੀੜ੍ਹੀ ਵਿੱਚ ਜੱਟ ਹੋਣ ਦੀ ਫੋਕੀ ਸ਼ੌਹਰਤ ਨੂੰ ਪ੍ਰਚਾਰਿਆ ਜਾਣਾ ਇੱਕ ਖਤਰਨਾਕ ਪਰੰਪਰਾ ਹੈ। ਇਹ ਗੀਤ ਗੁਰਬਾਣੀ ਸਿਧਾਂਤਾਂ ਦੀ ਖੁੱਲ੍ਹੇ ਤੌਰ ਤੇ ਵਿਰੋਧਤਾ ਕਰਦੇ ਹਨ ਅਤੇ ਸਿੱਖ ਲਹਿਰ ਨੂੰ ਖਤਮ ਕਰਨ ਵਾਲਿਆਂ ਨੂੰ ਸਹਿਯੋਗ ਦਾ ਹੁੰਗਾਰਾ ਭਰਦੇ ਹਨ। ਪੰਜਾਬ ਦੇ ਲੋਕਾਂ ਦਾ ਭਲਾ ਇਸ ਗੱਲ ਵਿੱਚ ਹੀ ਹੈ ਕਿ ਜੇਕਰ ਉਹ ਜਾਤ ਪਾਤ ਦਾ ਅਭਿਮਾਨ, ਆਪਸੀ ਭਿੱਟ ਜਾਂ ਨਫ਼ਰਤ ਨੂੰ ਛਿੱਕੇ ਟੰਗ ਕੇ ਸਮੁੱਚੀ ਮਾਨਵਤਾ ਦੇ ਭਲੇ ਲਈ ਸਿੱਖ ਲਹਿਰ ਦੇ ਮਹਾਨ ਸਿਧਾਂਤਾਂ ਨੂੰ ਪ੍ਰਚਾਰਨ, ਪ੍ਰੋਫੈਸਰ ਜਗਜੀਤ ਸਿੰਘ ਸਿੱਖ ਇਨਕਲਾਬ ਕਿਤਾਬ ਵਿੱਚ ਲਿਖਦੇ ਹਨ, ਸਿੱਖੀ ਸਿਧਾਂਤ ਨੇ ਮਨੁੱਖ ਦੇ ਅੰਦਰ ਸੁਲਗ ਦੀ ਆਜ਼ਾਦੀ ਤੇ ਬਰਾਬਰੀ ਦੀ ਚੰਗਿਆੜੀ ਨੂੰ ਪਖਾਇਆ। ਬਰਾਬਰੀ ਤੇ ਆਜ਼ਾਦੀ ਦੇ ਅਰਥਾਂ ਨੂੰ ਸਿੱਖ ਲਹਿਰ ਨੇ ਧੁੰਦਲਾ ਨਹੀਂ ਹੋਣ ਦਿੱਤਾ। ਭਾਰਤੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਦੱਬੇ ਕੁਚਲੇ ਲੋਕਾਂ ਨੂੰ ਸਿਆਸੀ ਤਾਕਤ ਆਪਣੇ ਹੱਥਾਂ ਵਿੱਚ ਲੈਣ ਲਈ ਉਭਾਰਿਆ ਗਿਆ। ਇਮਾਨਦਾਰੀ ਨਾਲ ਪ੍ਰਣਾਏ ਹੋਏ ਧਾਰਮਿਕ ਵਿਸ਼ਵਾਸ ਮਨ ਦੀਆਂ ਡੂੰਘੀਆਂ ਤਹਾਂ ਤੱਕ ਲੱਥ ਜਾਂਦੇ ਹਨ। ਇਹਨਾਂ ਤੱਤਾਂ ਦਾ ਮਿਲ ਕੇ ਇੱਕ ਜ਼ਬਰਦਸਤ ਜੋੜ ਬਣਿਆ। ਇਸ ਜੋੜ ਨੇ ਹਥਿਆਰਬੰਦ ਜੱਦੋ-ਜਹਿਦ ਨੂੰ ਕਾਇਮ ਰੱਖਿਆ। ਅੱਜ ਤਦ ਹੀ ਕੋਈ ਲਹਿਰ ਲੋਕ ਲਹਿਰ ਬਣ ਸਕਦੀ ਹੈ ਜੇ ਆਪਸ ਵਿੱਚ ਫਿਰਕੂ ਭਾਵਨਾਵਾਂ ਨਾ ਹੋਣ, ਜਾਤ ਪਾਤ ਦੀ ਨਫ਼ਰਤ ਨਾ ਹੋਵੇ ਅਤੇ ਸਭ ਦਾ ਮਨੋਰਥ ਸਾਂਝਾ ਹੋਵੇ। ਪੰਜਾਬੀਓ, ਆਪਣੇ ਆਪ ਨੂੰ ਇੱਕ ਰੱਬ ਦੀ ਜੋਤ ਸਮਝੋ। ਸਭਨਾ ਜੀਆਂ ਅੰਦਰ ਇੱਕ ਪਰਮਾਤਮਾ ਦੀ ਜੋਤ ਹੈ, ਫਿਰ ਕੋਈ ਉੱਚਾ ਨੀਵਾਂ ਜਾਂ ਵੱਡਾ ਛੋਟਾ ਕਿਵੇਂ ਹੋ ਸਕਦਾ ਹੈ। ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚਲੇ ਬਹੁਤ ਵਿਕਾਰਾ। ਪਹਿਰੋ ਮਹਲਾ ਤੀਜਾ, ਪੰਨਾ 1127 ਅਤੇ 28। ਉਹ ਮੂਰਖ, ਜਾਤ ਅਭਿਮਾਨ ਨਾ ਕਰ। ਇਸ ਜਾਤ ਦੇ ਹੰਕਾਰ ਵਿੱਚੋਂ ਵਿਕਾਰ ਹੀ ਪੈਦਾ ਹੁੰਦੇ ਹਨ।
ਪੰਜਾਬ ਅੰਦਰ 2011 ਵਿੱਚ ਅਕਾਲੀਆਂ ਦੀ ਸਰਕਾਰ ਸੀ ਅਤੇ ਕਈ ਪਿੰਡਾਂ ਵਿੱਚ ਦਲਿਤ ਲੋਕਾਂ ਨਾਲ ਸ਼ਰੇਆਮ ਧੱਕਾ ਹੋ ਰਿਹਾ ਹੋਵੇ ਤਾਂ ਸ਼ਰਮ ਦੀ ਗੱਲ ਹੈ। ਗੁਰੂ ਸਾਹਿਬਾਨ ਨੇ ਮਨੁੱਖੀ ਅਧਿਕਾਰਾਂ ਦੀ ਖਾਤਰ ਘੋਲ ਕੀਤਾ, ਕੁਰਬਾਨੀਆਂ ਦਿੱਤੀਆਂ। ਅਸੀਂ ਭਾਵੇਂ ਅਕਾਲੀ ਸ਼ਬਦ ਦਾ ਪ੍ਰਯੋਗ ਕਰਦੇ ਹਾਂ ਪਰ ਫਿਰ ਵੀ ਅਕਾਲੀ ਸੋਚ ਦੇ ਧਾਰਨੀ ਨਹੀਂ ਹਾਂ। ਜੇਕਰ ਅਸੀਂ ਗੁਰਬਾਣੀ ਦੇ ਉਪਦੇਸ਼ਾਂ ਨੂੰ ਮੰਨੀਏ ਤਾਂ ਕਦੀ ਵੀ ਦਲਿਤ ਤੇ ਗਰੀਬ ਵਰਗ ਦੇ ਲੋਕਾਂ ਨਾਲ ਨਾ ਕਦੀ ਧੱਕਾ ਕਰ ਸਕਦੇ ਹਾਂ ਅਤੇ ਨਾ ਹੀ ਕਿਸੇ ਨੂੰ ਉਹਨਾਂ ਉੱਪਰ ਜ਼ੁਲਮ ਕਰਨ ਦੀ ਆਗਿਆ ਦੇ ਸਕਦੇ ਹਾਂ। ਲੇਖਕ ਡਾਕਟਰ ਪੂਰਨ ਸਿੰਘ, ਕੈਨੇਡਾ। ਆਵਾਜ਼ ਭਾਈ ਗੁਰਜੰਟ ਸਿੰਘ, ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।